ਸਮੇਲ ਪੌਡਕਾਸਟ ਦੀ ਲੜੀ ਨੰਬਰ 25 ਵਿੱਚ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਸਭ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਤੇ ਮੈਂ ਤੁਹਾਡਾ ਸਾਰਿਆਂ ਦਾ ਅਤੀ ਧੰਨਵਾਦੀ ਹਾਂ ਕਿ ਤੁਸੀਂ ਜਿੰਨੀਆਂ ਵੀ ਪੌਡਕਾਸਟਸ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਤੇ ਤੁਸੀਂ ਸਾਰਿਆਂ ਨੂੰ ਪਸੰਦ ਕਰ ਰਹੇ ਹੋ। ਤੇ ਅਜੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਅਜੇ ਸਾਨੂੰ ਹੋਰ ਦਰਸ਼ਕਾਂ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਹ ਲੜੀਵਾਰ ਜਿਹੜੀ ਪੌਡਕਾਸਟ ਤੁਹਾਡੇ ਤੱਕ ਆ ਰਹੀ ਹੈ ਤਾਂ ਇਸ ਨੂੰ ਚੱਲਦਾ ਰੱਖਿਆ ਜਾ ਸਕੇ। ਸੋ ਦੋਸਤੋ, ਆਪਾਂ ਵੱਖੋ ਵੱਖਰੇ ਵਿਸ਼ਿਆਂ 'ਤੇ ਗੱਲ ਕਰਦੇ ਹਾਂ ਹਰ ਪੌਡਕਾਸਟ ਦੇ ਵਿੱਚ, ਅਤੇ ਤੁਸੀਂ ਸਾਨੂੰ ਸੁਝਾਅ ਵੀ ਦਿੰਦੇ ਹੋ, ਆਪਣੇ ਸੁਨੇਹੇ ਵੀ ਭੇਜਦੇ ਹੋ, ਅਤੇ ਉਸ ਲਈ ਵੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਸੋ ਉਮੀਦ ਕਰਦਾ ਹਾਂ ਕਿ ਅੱਜ ਦੀ ਜਿਹੜੀ ਇਹ ਲੜੀ ਹੈ 25ਵੀਂ ਲੜੀ, ਇਹ ਤੁਹਾਨੂੰ ਪਸੰਦ ਆਵੇਗੀ ਅਤੇ ਅੱਜ ਆਪਾਂ ਵੱਖੋ ਵੱਖਰੇ ਵਿਸ਼ਿਆਂ 'ਤੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਕਿ ਪ੍ਰਦੂਸ਼ਣ ਜੋ ਹੈ ਇਸ ਨੇ ਮਨੁੱਖ ਦਾ ਜਿਹੜਾ ਜੀਵਨ ਹੈ ਇਸ ਨੂੰ ਬੜੇ ਸੰਕਟ ਦੇ ਵਿੱਚ ਪਾਇਆ ਹੋਇਆ ਹੈ। ਇਸ ਦੇ ਅਸਰ ਸਾਨੂੰ ਹੌਲੀ ਹੌਲੀ ਵੇਖਣ ਨੂੰ ਮਿਲ ਰਹੇ ਨੇ। ਗਲੋਬਲ ਤਾਪ ਜਿਹੜਾ ਹੈ ਉਸ ਨਾਲ ਜਿਹੜੀ ਸਮੁੰਦਰੀ ਸਤਹ ਉੱਪਰ ਜਾ ਰਹੀ ਹੈ ਅਤੇ ਜਿਹੜਾ ਬੱਦਲਾਂ ਦਾ ਬਣਨਾ, ਬੱਦਲਾਂ ਦੀ ਪ੍ਰਕਿਰਿਆ ਜਿਹੜੀ ਹੈ ਉਹਦੇ ਵਿੱਚ ਵੀ ਤਬਦੀਲੀ ਆ ਰਹੀ ਹੈ। ਸੋ ਇਸ ਪ੍ਰਕਾਰ ਜਿਹੜੀ ਹਵਾ ਹੈ ਅਤੇ ਉਸ ਦਾ ਜਿਹੜਾ ਰੁੱਖ ਹੈ ਜਾਂ ਉਸ ਦੀਆਂ ਗੱਠਾਂ ਬਣ ਜਾਣੀਆਂ, ਸੋ ਇਹਦੇ ਨਾਲ ਜਿਹੜੇ ਕਈ ਕਿਸਮ ਦੇ ਬਾਬਰੋਲੇ, ਕਈ ਕਿਸਮ ਦੇ ਤੂਫਾਨ ਨੇ ਜਿਹੜੇ ਉਹ ਪੈਦਾ ਹੋ ਰਹੇ ਨੇ। ਸੋ ਪਿਛਲੇ ਦਿਨੀ ਜਿਹੜਾ ਹੈ BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਗਰਮੀ ਪਈ ਸੀ, ਤੁਹਾਨੂੰ ਯਾਦ ਹੋਵੇਗਾ। ਲੇਕਿਨ ਹੁਣ ਉੱਥੇ ਜਿਹੜੀ ਜੰਗਲਾਂ ਦੀ ਅੱਗ ਹੈ ਉਸਨੇ ਕਹਿਰ ਮਚਾਇਆ ਹੋਇਆ ਹੈ। ਜਿਹੜੀ ਜੰਗਲਾਂ ਦੇ ਵਿੱਚ ਲੱਗੀ ਹੋਈ ਅੱਗ ਹੈ ਸੋ ਉਹਦੇ ਕਰਕੇ ਧੂੰਆਂ, ਰਾਖ ਤੇ ਇੰਨੀ ਹਵਾ ਦੇ ਵਿੱਚ ਮਿਲ ਰਹੀ ਹੈ ਕਿ ਮਨੁੱਖ ਨੂੰ ਜਿਹੜਾ ਸਾਹ ਲੈਣਾ ਉਹ ਮੁਸ਼ਕਿਲ ਹੋਇਆ ਹੈ। ਸੋ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਲਾਸ ਏਂਜਲਸ ਦੇ ਵਿੱਚ, ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਜੰਗਲੀ ਅੱਗ ਦੀ ਭਿਆਨਕਤਾ ਵੇਖਣ ਨੂੰ ਮਿਲੀ ਸੀ। ਸੋ ਕਿਵੇਂ ਸੈਂਕੜੇ ਘਰ ਸੜ ਕੇ ਤਬਾਹ ਹੋ ਗਏ ਸਨ, ਕਿਵੇਂ ਜਿਹੜੇ ਹਜ਼ਾਰਾਂ ਲੋਕ ਸਨ ਉਹ ਬੇਘਰ ਹੋ ਗਏ ਸਨ ਅਤੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਸੀ। ਸੋ ਇਹ ਜੰਗਲਾਂ ਨੂੰ ਜਿਹੜੀਆਂ ਅੱਗਾਂ ਲੱਗਣੀਆਂ ਨੇ ਇਹ ਕਿਉਂ ਲੱਗਦੀਆਂ ਨੇ? ਤਾਂ ਇਹਦਾ ਜਿਹੜਾ ਇੱਕ ਵੱਡਾ ਕਾਰਨ ਹੈ ਉਹ ਮੌਸਮਾਂ ਦੇ ਵਿੱਚ ਤਬਦੀਲੀ ਹੈ, ਗਲੋਬਲ ਤਾਪ ਦਾ ਵਧਣਾ ਹੈ, ਅਤੇ ਜਿਸ ਕਰਕੇ ਜਿਹੜੇ ਦੋ ਦਰਖਤ ਨੇ ਆਪਸ ਵਿੱਚ ਟਕਰਾਉਂਦੇ ਨੇ ਜਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ, ਉਹਨਾਂ ਦੇ ਪੱਤਿਆਂ ਨੂੰ, ਸੁੱਕੇ ਪੱਤਿਆਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਇਸ ਦੇ ਕਾਰਨ ਹੋਰ ਵੀ ਹੋ ਸਕਦੇ ਨੇ। ਸੋ ਕਈ ਵਾਰ ਮਨੁੱਖ ਦੀ ਅਣਗਹਿਲੀ ਵੀ ਹੁੰਦੀ ਹੈ ਕਿ ਤੁਸੀਂ ਸਿਗਰਟ ਪੀਤੀ ਅਤੇ ਉਸਦਾ ਜਿਹੜਾ ਸੁਲਗ ਦਾ ਟੋਟਾ ਹੈ ਤੁਸੀਂ ਉੱਥੇ ਸੁੱਟ ਦਿੱਤਾ, ਜਾਂ ਤੁਸੀਂ ਕਈ ਵਾਰ ਕੈਂਪਿੰਗ 'ਤੇ ਗਏ ਅਤੇ ਉੱਥੇ ਤੁਸੀਂ ਅੱਗ ਬਾਲੀ ਪਰ ਅੱਗ ਜਿਹੜੀ ਹੈ ਉਸ ਨੂੰ ਪ੍ਰੋਪਰਲੀ ਤੁਸੀਂ ਉਹਨੂੰ ਬੁਝਾਇਆ ਨਹੀਂ ਅਤੇ ਤਾਂ ਵੀ ਜਿਹੜੀ ਜੰਗਲਾਂ ਨੂੰ ਅੱਗ ਹੈ ਉਹ ਜਿਹੜੀ ਲੱਗ ਸਕਦੀ ਹੈ। ਸੋ ਸਾਡੇ ਅੰਟਾਰੀਓ ਦੇ ਵਿੱਚ ਜਿਹੜਾ ਨਾਰਥ ਵੈਸਟ ਅੰਟਾਰੀਓ ਦਾ ਹਿੱਸਾ ਹੈ ਅਤੇ ਉਹਦੇ ਵਿੱਚ ਵੀ ਜੰਗਲਾਂ ਨੂੰ ਅੱਗ ਲੱਗੀ ਹੋਈ ਹੈ। ਸੋ ਜਦੋਂ ਮੈਂ ਪ੍ਰੋਗਰਾਮ ਦੇ ਰਿਹਾ ਸੋ ਉਸ ਵਕਤ ਜਿਹੜਾ ਮੌਸਮ ਵਿਭਾਗ ਹੈ ਉਸ ਨੇ ਲੋਕਾਂ ਨੂੰ ਚੁਕੰਨੇ ਕੀਤਾ ਹੈ ਕਿ ਜਿਹੜੀ ਹਵਾ ਦੀ ਕੁਆਲਿਟੀ ਹੈ ਉਹ ਬਹੁਤ ਮਾੜੀ ਹੈ, ਹਵਾ ਬਹੁਤ ਪ੍ਰਦੂਸ਼ਿਤ ਹੈ, ਕਿਉਂਕਿ ਹਵਾ ਦੇ ਵਿੱਚ ਸੁਆਹ ਦੇ ਕਣ ਅਤੇ ਧੂੰਆਂ ਜਿਹੜਾ ਹੈਗਾ ਉਹ ਫੈਲਿਆ ਹੋਇਆ ਹੈ। ਸੋ ਇਸ ਨਾਲ ਜਿਹੜੇ ਸਾਡੇ ਫੇਫੜੇ ਨੇ ਉਹ ਨੁਕਸਾਨੇ ਜਾ ਸਕਦੇ ਨੇ, ਸਾਨੂੰ ਸਾਹ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਜਿਹੜੇ ਦਮੇ ਦੇ ਰੋਗੀ ਨੇ ਤਾਂ ਉਹਨਾਂ ਲਈ ਬਹੁਤ ਮੁਸ਼ਕਿਲ ਹੈ ਜਿਹੜੀ ਉਹ ਖੜੀ ਹੋ ਸਕਦੀ ਹੈ। ਸੋ ਦੋਸਤੋ, ਇਹ ਜਿਹੜੀਆਂ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਿਆਨਕਤਾ ਅਖਤਿਆਰ ਕਰ ਸਕਦੀਆਂ ਨੇ। ਤਾਂ ਜੇਕਰ ਮਨੁੱਖ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿੱਤਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ ਸੋ ਸਾਡੇ ਤੋਂ ਸ਼ੁਰੂ ਹੁੰਦੀਆਂ ਨੇ ਤਾਂ ਸਮਾਜ ਤੱਕ ਜਾਂਦੀਆਂ ਨੇ। ਤਾਂ ਅਸੀਂ ਸਭ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਜਿਸ ਤਰ੍ਹਾਂ ਅਸੀਂ ਏਅਰ ਕੰਡੀਸ਼ਨਾਂ ਦੀ ਵਰਤੋਂ ਕਰਦੇ ਹਾਂ, ਸੋ ਜਿਸ ਤਰ੍ਹਾਂ ਅਸੀਂ ਡਰਾਈਵ ਥਰੂ ਕਾਰਾਂ ਬਹੁਤ ਦੇਰ ਤੱਕ ਸਟਾਰਟ ਰੱਖਦੇ ਹਾਂ, ਉਹਨਾਂ ਦਾ ਜਿਹੜਾ ਧੂੰਆਂ ਹੈ, ਉਹਨਾਂ ਦਾ ਜਿਹੜਾ ਪੋਲਿਊਸ਼ਨ ਹੈ ਉਹ ਵਾਤਾਵਰਨ ਨੂੰ ਗੰਧਲਾ ਕਰ ਰਿਹਾ ਹੈ। ਤੋ ਇਸੇ ਤਰ੍ਹਾਂ ਰੌਸ਼ਨੀ ਪ੍ਰਦੂਸ਼ਣ ਹੈ, ਇਸੇ ਤਰ੍ਹਾਂ ਸਾਊਂਡ ਪ੍ਰਦੂਸ਼ਣ ਹੈ, ਇਹ ਮਨੁੱਖ ਨੇ ਆਪ ਹੀ ਕ੍ਰੀਏਟ ਕੀਤੇ ਹੋਏ ਨੇ। ਸੋ ਜਿਸ ਤਰ੍ਹਾਂ ਅਸੀਂ ਕੈਮੀਕਲਾਂ ਦੀ ਵਰਤੋਂ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਕੀਟਨਾਸ਼ਕ ਦਵਾਈਆਂ ਛਿੜਕ ਰਹੇ ਹਾਂ, ਇਹ ਸਾਰੀਆਂ ਸਾਨੂੰ ਇੱਕ ਐਸੀ ਹਨੇਰੀ ਸੁਰੰਗ ਵੱਲ ਲੈ ਕੇ ਜਾ ਰਹੀਆਂ ਨੇ ਸੋ ਜਿਸ ਦੇ ਨਤੀਜੇ ਬੜੇ ਭਿਆਨਕ ਨਿਕਲਣਗੇ। ਸੋ ਕੈਂਸਰ, ਜਿਹੜਾ ਚਮੜੀ ਦਾ ਕੈਂਸਰ ਹੈ ਜਾਂ ਹੋਰ ਕੈਂਸਰ ਨੇ ਉਹ ਫੈਲਣਗੇ। ਸੋ ਜਿਸ ਤਰ੍ਹਾਂ ਸਾਡਾ ਫੂਡ ਹੈ ਉਹਦੇ ਨਾਲ ਜਿਹੜੀਆਂ ਸਾਨੂੰ ਡਾਇਬਟੀ, ਓਵਰਵੇਟ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆ ਨੇ ਉਹ ਲਗਾਤਾਰ ਆ ਰਹੀਆਂ ਨੇ। ਸੋ ਜਰਮਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਹੜ੍ਹਾਂ ਨੇ ਕਿਸ ਤਰ੍ਹਾਂ ਤਬਾਹੀ ਮਚਾਈ ਹੋਈ ਹੈ। ਤਾਂ ਸਾਰਾ ਜਿਹੜਾ ਯੂਰਪ ਹੈ
ਉਹ ਹੜ੍ਹਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ। ਜਰਮਨ ਤਾਂ ਕਹਿ ਲਓ ਪੂਰੀ ਤਰ੍ਹਾਂ ਪਾਣੀ ਨਾਲ ਧੋਤਾ ਹੀ ਗਿਆ, ਹਜ਼ਾਰਾਂ ਲੋਕ ਨੇ ਜਿਹੜੇ ਉਹ ਬੇਘਰ ਹੋ ਗਏ। ਤੇ ਤੁਸੀਂ ਪਾਣੀ ਦਾ ਜਿਹੜਾ ਕਹਿਰ ਹੈ ਉਹ ਟੈਲੀਵਿਜ਼ਨਾਂ ਦੇ ਉੱਪਰ ਵੇਖ ਰਹੇ ਹੋ। ਸੋ ਇਸੇ ਤਰ੍ਹਾਂ ਦੋਸਤੋ, ਜਦੋਂ ਅਸੀਂ ਅਮਰੀਕਾ ਦੇ ਵਿੱਚ ਨਿਗਾਹ ਮਾਰਦੇ ਹਾਂ ਤਾਂ ਜਿਹੜੀ ਫਲੋਰੀਡਾ ਸਟੇਟ ਹੈ ਜਾਂ ਹੋਰ ਸਟੇਟਾਂ ਵੀ ਕਹਿ ਲਓ, ਤਾਂ ਉਹਦੇ ਵਿੱਚ ਹਰ ਸਾਲ ਨੇ ਜਿਹੜੇ ਭਿਆਨਕ ਚੱਕਰਵਾਤ, ਸਮੁੰਦਰ ਦੇ ਵਿੱਚ ਜਿਹੜਾ ਹੈ ਉਹ ਪਾਣੀ ਘੁੰਮਦਾ ਹੈ, ਜਾਂ ਇਤਨੇ ਬਾਬਰੋਲੇ ਨੇ ਜਿਹੜੇ ਇੰਨੇ ਸਖਤ ਬਾਬਰੋਲੇ ਨੇ, ਘਰ ਉਡਾ ਕੇ ਲੈ ਜਾਂਦੇ ਨੇ, ਕਾਰਾਂ ਉਡਾ ਕੇ ਲੈ ਜਾਂਦੇ ਨੇ। ਸੋ ਮੈਨੂੰ ਯਾਦ ਹੈ ਇੱਕ ਵਾਰ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਬਾਬਰੋਲਾ ਆਇਆ ਸੀ। ਸੋ ਸਾਡੇ ਜਿੱਥੇ ਮੈਂ ਰਹਿੰਦਾ ਸੀ, ਮੇਰੇ ਪਿੰਡ ਦੇ ਕੋਲ ਇੱਕ ਪਿੰਡ ਸੀ ਜਟਾਣਾ, ਤਾਂ ਉੱਥੇ ਇਸ ਤਰ੍ਹਾਂ ਦਾ ਬਾਬਰੋਲਾ ਆਇਆ ਸੀ ਜਿਸ ਨੇ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਸੀ, ਜਿਸ ਨੇ ਟਰੈਕਟਰ ਟਰਾਲੀਆਂ ਤੱਕ ਉਡਾ ਕੇ ਦਰਖਤਾਂ ਦੇ ਉੱਪਰ ਟੰਗ ਦਿੱਤੇ ਸਨ। ਸੋ ਪਹਿਲੀ ਵਾਰ ਮੈਂ ਉਸ ਤਰ੍ਹਾਂ ਦੀ ਭਿਆਨਕਤਾ ਦੇਖੀ ਸੀ। ਲੇਕਿਨ ਅਮਰੀਕਾ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਚੱਕਰਵਾਤ, ਇਸ ਤਰ੍ਹਾਂ ਦੇ ਜਿਹੜੇ ਟਰਨੈਡੋ ਨੇ ਉਹ ਆਏ ਦਿਨ ਆਉਂਦੇ ਹੀ ਰਹਿੰਦੇ ਨੇ। ਖਾਸ ਕਰਕੇ ਇਸ ਮੌਸਮ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਜਿਹੜਾ ਹੈਗਾ ਟੋਰਾਂਟੋ ਦੇ ਜਾਂ ਅੰਟਾਰੀਓ ਦਾ ਜਿਹੜਾ ਏਰੀਆ, ਇੱਥੇ ਵੀ ਆਏ ਦਿਨ ਜਿਹੜੇ ਮੀਂਹ ਨੇ, ਹਨੇਰੀਆਂ ਨੇ, ਇਹਨਾਂ ਦਾ ਪ੍ਰਕੋਪ ਹੈ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਸੋ ਪਿਛਲੇ ਦਿਨੀ ਸਾਡੇ ਟੋਰਾਂਟੋ ਦੇ ਇੱਥੇ ਨਾਲ ਲੱਗਦੇ ਸ਼ਹਿਰ ਬੈਰੀ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਭਿਆਨਕ ਤੂਫਾਨ ਸੀ ਉਹ ਆਇਆ। ਸੋ ਜਿਸ ਨੇ ਇੱਕ ਪੂਰੀ ਸਟਰੀਟ ਦੇ ਜਿਹੜੇ ਘਰ ਸੀ ਉਹ ਬਿਲਕੁਲ ਤਬਾਹ ਕਰ ਦਿੱਤੇ, ਉਹਨਾਂ ਦੀਆਂ ਛੱਤਾਂ ਉਡਾ ਦਿੱਤੀਆਂ। 70,000 ਘਰਾਂ ਦੇ ਵਿੱਚ ਬਿਜਲੀ ਗੁੱਲ ਹੋ ਗਈ ਤੇ ਲੋਕ ਨੇ ਜਿਹੜੇ ਬੇਘਰ ਹੋ ਗਏ। ਸੋ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬਹਿ ਰਹੇ ਹਾਂ, ਤੇ ਕੱਲ ਨੂੰ ਕੀ ਹੋਣਾ ਹੈ ਇਹ ਸਾਨੂੰ ਨਹੀਂ ਪਤਾ। ਸੋ ਇਹ ਜਿਹੜੀਆਂ ਕੁਦਰਤੀ ਕਰੋਪੀਆਂ ਆ ਰਹੀਆਂ ਨੇ, ਸੋ ਇਹਦੇ ਵਿੱਚ ਜਿਹੜਾ ਹੈ ਮਨੁੱਖ ਦਾ ਕਾਫੀ ਵੱਡਾ ਹੱਥ ਹੈ। ਮਨੁੱਖ ਜਿਤਨਾ ਪ੍ਰਦੂਸ਼ਣ ਫੈਲਾਏਗਾ ਜਾਂ ਗਲੋਬਲ ਤਾਪ ਨੂੰ ਵਧਾਏਗਾ, ਸੋ ਉਹਦੇ ਨਾਲ ਜਿਹੜਾ ਨੁਕਸਾਨ ਹੋਵੇਗਾ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਕੈਮੀਕਲ, ਜਿਹੜਾ ਕਾਰਾਂ ਦਾ ਧੂੰਆਂ ਹੈ, ਉਸ ਨੇ ਜਿਹੜੀ ਸਾਡੀ ਓਜ਼ੋਨ ਪਰਤ ਹੈ ਉਸ ਨੂੰ ਲੀਰੋ ਲੀਰ ਕਰ ਦਿੱਤਾ ਹੈ। ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਏ ਦਿਨ ਸਾਡੇ ਤੇ ਵਾਰ ਕਰ ਰਹੀਆਂ ਨੇ। ਸੋ ਮੈਂ ਬੇਨਤੀ ਕਰੂੰਗਾ ਕਿ ਹਰ ਮਨੁੱਖ ਹੈ ਜਿਹੜਾ ਇਹਦੇ ਵਿੱਚ ਹਿੱਸਾ ਪਾ ਸਕਦਾ ਹੈ। ਪ੍ਰਦੂਸ਼ਣ ਨੂੰ ਘਟਾਇਆ ਜਾਵੇ, ਗ੍ਰੀਨ ਹਾਊਸਿਸ ਗੈਸਾਂ ਨੂੰ ਘਟਾਇਆ ਜਾਵੇ। ਸੋ ਜਿਸ ਤਰ੍ਹਾਂ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ, ਸੋ ਜਿਸ ਤਰ੍ਹਾਂ ਗਲੇਸ਼ੀਅਰ ਪਿਘਲ ਰਹੇ ਨੇ, ਜਿਸ ਤਰ੍ਹਾਂ ਜਿਹੜੇ ਵੱਡੇ ਵੱਡੇ ਆਈਸਬਰਗ ਨੇ ਉਹ ਖੁਰ ਕੇ ਸਮੁੰਦਰ ਦੇ ਵਿੱਚ ਡਿੱਗ ਰਹੇ ਨੇ, ਸੋ ਸਮੁੰਦਰੀ ਸਤਹ ਜਿਹੜੀ ਉੱਪਰ ਉੱਠਦੀ ਜਾ ਰਹੀ ਹੈ। ਤਾਂ ਉਸ ਦੇ ਨਾਲ ਮੈਂ ਅੱਗੇ ਵੀ ਕਿਹਾ ਸੀ ਕਿ ਆਉਣ ਵਾਲੇ 200-300 ਸਾਲਾਂ ਦੇ ਵਿੱਚ 200-300 ਸ਼ਹਿਰ ਪਾਣੀ ਦੇ ਵਿੱਚ, ਜਿਹੜੇ ਵੱਡੇ ਇਸ ਵਕਤ ਮਹਾਨਗਰ ਨੇ, ਉਹ ਪਾਣੀ ਦੇ ਵਿੱਚ ਗਰਕ ਹੋ ਜਾਣਗੇ। ਸੋ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਹੈ, ਉਸ ਦੇ ਕਾਰਨ ਕੋਈ ਹੋਰ ਹੋਣਗੇ, ਲੇਕਿਨ ਜੋ ਇਸ ਵਕਤ ਹੈ ਉਸ ਦਾ ਜਿਹੜਾ ਕਾਰਨ ਹੈ ਉਹ ਗਲੋਬਲ ਤਾਪ ਜਾਂ ਜਿਹੜਾ ਪ੍ਰਦੂਸ਼ਣ ਹੈ ਉਹ ਹੈ। ਸੋ ਕਈ ਸ਼ਹਿਰਾਂ ਦੇ ਵਿੱਚ ਤਾਂ ਜਦੋਂ ਹੁਣ ਅਸੀਂ ਦਿੱਲੀ ਵਰਗੇ ਸ਼ਹਿਰਾਂ 'ਚ ਜਾਂਦੇ ਹਾਂ ਤੇ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਮੱਚਦੀਆਂ ਨੇ, ਜਿਹੜੀਆਂ ਹਵਾ ਵਿਚਲੇ ਧੂਏ ਨਾਲ, ਕਿ ਕਿਸ ਤਰ੍ਹਾਂ ਜਿਹੜਾ ਸਾਹ ਲੈਣਾ ਉਹ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਇਹ ਬਹੁਤ ਵੱਡੀ ਸਮੱਸਿਆ ਹੈ। ਸੋ ਇਸ ਦੇ ਨਾਲ ਹੀ ਦੋਸਤੋ ਮੈਂ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਪੌਡਕਾਸਟ ਦੇ ਸ਼ੁਰੂ ਵਿੱਚ ਤੁਸੀਂ ਕਿਤਾਬ ਦੇਖਦੇ ਸੀ, ਮੇਰੀ ਆਪਣੀ ਲਿਖੀ ਹੋਈ ਕਿਤਾਬ ਬ੍ਰਹਿਮੰਡ ਯਾਤਰਾ, ਤੋਂ ਉੱਤੇ ਲਿਖਿਆ ਸੀ ਕਮਿੰਗ ਸੂਨ। ਸੋ ਦੋਸਤੋ ਹੁਣ ਜਿਹੜਾ ਪਬਲਿਸ਼ਰ ਹੈ ਉਸਨੇ ਦੱਸਿਆ ਹੈ, ਯੂਨੀਸਟਾਰ ਬੁੱਕਸ ਚੰਡੀਗੜ੍ਹ ਮੋਹਾਲੀ ਤੋਂ, ਉਸਨੇ ਦੱਸਿਆ ਹੈ ਕਿ ਜਿਹੜੀ ਕਿਤਾਬ ਹੈ ਉਹ ਛਪ ਕੇ ਤਿਆਰ ਹੈ ਬਿਲਕੁਲ ਤੁਹਾਡੇ ਪੜ੍ਹਨ ਲਈ। ਤਾਂ ਤੁਸੀਂ ਯੂਨੀਸਟਾਰ ਬੁੱਕਸ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦੀ ਆਪਣੀ ਸਾਈਟ ਹੈ, ਗੂਗਲ ਤੇ ਜਾ ਕੇ ਯੂਨੀਸਟਾਰ ਪਾਓ ਤੇ ਤੁਹਾਨੂੰ ਸਾਰਾ ਲਿੰਕ ਮਿਲ ਜਾਵੇਗਾ। ਤਾਂ ਤੁਸੀਂ ਬ੍ਰਹਿਮੰਡ ਯਾਤਰਾ ਜਿਹੜੀ ਕਿਤਾਬ ਹੈ ਉਹ ਆਪਣੇ ਘਰਾਂ ਦੇ ਵਿੱਚ ਮੰਗਾ ਸਕਦੇ ਹੋ। ਤੁਹਾਡੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਨੇ, ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਨੇ, ਉਹ ਕਿਤਾਬ ਜ਼ਰੂਰ ਮੰਗਾਓ। ਤੇ ਕਿਤਾਬ ਪੜ੍ਹਨ ਵਾਲੀ ਹੈ ਤਾਂ ਉਹ ਕਿਤਾਬ ਸਾਡੇ ਪੰਜਾਬੀਆਂ ਨੂੰ ਵਿਗਿਆਨਕ ਸੂਝ ਦੇਵੇਗੀ। ਮੈਂ ਨਹੀਂ ਕਹਿੰਦਾ ਕਿ ਮੈਂ ਪਹਿਲਾਂ ਲਿਖਿਆ ਬ੍ਰਹਿਮੰਡ ਬਾਰੇ, ਪਹਿਲਾਂ ਵੀ ਸਾਡੇ ਲੇਖਕ ਨੇ ਜਿਹੜੇ ਉਹ ਲਿਖ ਰਹੇ ਨੇ, ਲੇਕਿਨ ਇਹ ਬੜੀ ਹੀ ਮਤਲਬ ਤੁਹਾਡੇ ਸਮਝ ਆਉਣ ਵਾਲੀ ਭਾਸ਼ਾ ਦੇ ਵਿੱਚ ਬ੍ਰਹਿਮੰਡ ਬਾਰੇ ਲਿਖਿਆ ਗਿਆ ਹੈ। ਤਾਂ ਇਸ ਨੂੰ ਜ਼ਰੂਰ ਪੜ੍ਹੋ ਤੇ ਆਪਣੇ ਘਰਾਂ 'ਚ ਵੀ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਪੜ੍ਹਾਓ। ਸੋ ਇਸੇ ਪ੍ਰਕਾਰ ਦੋਸਤੋ ਓਲੰਪਿਕ ਖੇਡਾਂ ਟੋਕੀਓ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ, ਜਾਪਾਨ ਦੇ ਵਿੱਚ। ਸੋ ਅੱਜ ਮੈਂ ਦੇਖ ਰਿਹਾ ਸੀ ਕਿ ਮੈਚ ਹੋ ਰਹੇ ਨੇ, ਸਾਡੀ ਕੈਨੇਡਾ ਦੀ ਜਿਹੜੀ ਸੌਕਰ ਟੀਮ ਹੈ ਲੜਕੀਆਂ ਦੀ, ਉਹ ਖੇਡ ਰਹੀ ਸੀ। ਸੋ ਆਉਣ ਵਾਲੇ ਜਿਹੜੇ 15-20 ਦਿਨ ਨੇ ਉਹ ਸਾਡੇ ਲਈ ਮਹੱਤਵਪੂਰਨ ਹੋਣਗੇ। ਖੇਡਾਂ ਦੇ ਵਿੱਚ ਸਾਡੀ ਦਿਲਚਸਪੀ ਬਣੇ ਰਹੇਗੀ। ਸੋ ਪਹਿਲਾਂ ਸਮੇਂ ਦੇ ਵਿੱਚ ਜਿਹੜਾ ਕਰੋਨਾ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਹੋਇਆ ਸੀ, ਸਾਡੀਆਂ ਜਿਹੜੇ ਮਨੋਰੰਜਨ ਸੀ, ਸਾਡੀਆਂ ਜਿਹੜੀਆਂ ਖੇਡਾਂ ਸੀ ਉਹ ਸਾਰੀਆਂ ਰੁਕੀਆਂ ਪਈਆਂ ਸੀ। ਉਹ ਇੱਕ ਵਾਰ ਉਹਨਾਂ ਨੂੰ ਸਾਰੀਆਂ ਨੂੰ ਫਿਰ ਉਤਸ਼ਾਹ ਮਿਲੇਗਾ ਜਦੋਂ ਇਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ। ਸਾਡੇ ਜਿਹੜੇ ਨੌਜਵਾਨ ਨੇ, ਬੱਚੇ ਨੇ,
ਜਾਂ ਕਈ ਵਾਰ ਨੌਜਵਾਨ ਗਲਤ ਰਸਤਿਆਂ ਤੇ ਪੈ ਜਾਂਦੇ ਨੇ, ਨਸ਼ਿਆਂ ਵੱਲ ਨੂੰ ਚਲੇ ਜਾਂਦੇ ਨੇ, ਉਹਨਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੀ ਕੋਈ ਗੇਮ ਖੇਡੀਏ, ਅਸੀਂ ਵੀ ਕੋਈ ਤਮਗਾ ਜਿੱਤੀਏ, ਅਸੀਂ ਵੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰੀਏ। ਸੋ ਇਸ ਦੇ ਨਾਲ ਦੋਸਤੋ ਇਹ ਵੀ ਪਤਾ ਲੱਗਦਾ ਹੈ ਕਿ ਕਿਹੜਾ ਮੁਲਕ ਹੈ ਜਿਹੜਾ ਸਪੋਰਟਸ ਵੱਲ ਕਿੰਨਾ ਧਿਆਨ ਦਿੰਦਾ ਹੈ ਤੇ ਕਿਹਦੀ ਜਿਹੜੀ ਤਮਗਿਆਂ ਦੀ ਸੂਚੀ ਹੈ ਉਸ ਦੇ ਵਿੱਚ ਨਾਂ ਜਿਹੜਾ ਸਭ ਤੋਂ ਉੱਪਰ ਹੈ। ਸੋ ਤੁਹਾਨੂੰ ਇਸ ਤਰ੍ਹਾਂ ਦੇ ਮੁਕਾਬਲੇ ਨੇ ਜਿਹੜੇ ਉਹ ਦੇਖਣ ਨੂੰ ਮਿਲਣਗੇ। ਸੋ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜਾ ਕਰੋਨਾ ਦਾ ਪ੍ਰਕੋਪ ਹੈ ਜੋ ਪੂਰੀ ਤਰ੍ਹਾਂ ਘਟਿਆ ਨਹੀਂ, ਦੁਨੀਆ ਦੇ ਵਿੱਚ ਇਹਨਾਂ ਗੇਮਾਂ ਦਾ ਵਿਰੋਧ ਕਾਫੀ ਚੱਲ ਰਿਹਾ ਸੀ, ਲੇਕਿਨ ਫਿਰ ਵੀ ਜਿਹੜੀਆਂ ਇਹ ਗੇਮਾਂ ਨੇ ਹੋ ਰਹੀਆਂ ਨੇ ਤੇ ਜ਼ਿੰਦਗੀ ਹੈ ਜਿਹੜੀ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ। ਜ਼ਿੰਦਗੀ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਨਾ ਹੀ ਇਕਨੋਮੀ ਨੂੰ ਰੋਕਿਆ ਜਾ ਸਕਦਾ ਹੈ। ਸੋ ਦੋਸਤੋ ਇਸ ਦੇ ਨਾਲ ਆਪਾਂ ਕੁਝ ਜਿਹੜੀਆਂ ਗੱਲਾਂ ਨੇ ਉਹ ਭਾਰਤ ਦੀਆਂ ਵੀ ਕਰਾਂਗੇ। ਸੋ ਭਾਰਤ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਜੇ ਉਸੇ ਤਰ੍ਹਾਂ ਚੱਲ ਰਿਹਾ, ਕਈ ਵਾਰ ਸਾਨੂੰ ਲੱਗਦਾ ਕਿ ਸ਼ਾਇਦ ਜਿਹੜਾ ਅੰਦੋਲਨ ਹੈ ਉਹ ਮੱਠਾ ਪੈ ਗਿਆ ਹੋਵੇ, ਲੇਕਿਨ ਲੇਟੈਸਟ ਜਿਹੜੀਆਂ ਖਬਰਾਂ ਸਾਡੇ ਕੋਲ ਪਹੁੰਚੀਆਂ ਨੇ ਉੱਥੇ ਇਹ ਹੈ ਕਿ ਕਿਸਾਨ ਹੁਣ ਜਥੇ ਬਣਾ ਕੇ ਪਾਰਲੀਮੈਂਟ ਵੱਲ ਜਾਣਗੇ। ਪਾਰਲੀਮੈਂਟ ਦੇ ਸਾਹਮਣੇ ਉਹ ਇੱਕ ਆਪਣਾ ਸੈਸ਼ਨ ਲਾਉਣਗੇ, ਆਪਣਾ ਸਪੀਕਰ ਚੁਣਨਗੇ ਤੇ ਉੱਥੇ ਗੱਲਾਂ ਹੋਣਗੀਆਂ। ਤਾਂ ਇਸੇ ਪ੍ਰਕਾਰ ਸੁਖਦੇਵ ਸਿੰਘ ਸਿਰਸਾ ਜਿਹੜਾ ਉਹਨਾਂ ਨੇ ਉੱਥੇ ਵਰਤ ਰੱਖਿਆ ਹੋਇਆ ਹੈ ਤੇ ਹੋਰ ਕਿਸਾਨ ਨੇ ਜਿਹੜੇ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਉਹ ਜਿਹੜੇ ਆਪਣੇ ਵਰਤ ਨੇ ਮਰਨ ਵਰਤ ਜਾਂ ਅਣਮਿੱਥੇ ਸਮੇਂ ਲਈ ਵਰਤ ਤੇ ਉਹ ਸ਼ੁਰੂ ਕਰ ਸਕਦੇ ਨੇ ਤਾਂ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਸ 'ਤੇ ਦਬਾਅ ਬਣਾਇਆ ਜਾ ਸਕੇ। ਸੋ ਇਸੇ ਪ੍ਰਕਾਰ ਦੋਸਤੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ ਕਿ ਪਿਛਲੇ ਦਿਨੀ ਭਾਰਤ ਤੋਂ ਕੈਨੇਡਾ ਆਉਣ ਲਈ ਜਾਂ ਖਾਸ ਕਰਕੇ ਸਾਡੇ ਪੰਜਾਬ ਤੋਂ ਕੈਨੇਡਾ ਆਉਣ ਲਈ ਸੋ ਜਿਸ ਤਰ੍ਹਾਂ ਲੋਕਾਂ ਨੇ ਵਿਆਹ ਨੂੰ ਇੱਕ ਸੌਦੇਬਾਜ਼ੀ ਬਣਾ ਲਿਆ ਹੈ, ਇਹ ਬੜੀ ਹੀ ਨਿੰਦਣਯੋਗ ਘਟਨਾ ਹੈ। ਸੋ ਪਿਛਲੇ ਦਿਨ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਵਿੱਚ ਇੱਕ ਲੜਕੇ ਨੇ ਖੁਦਕੁਸ਼ੀ ਕਰ ਲਈ ਸੀ ਕਿ ਉਹ ਕੈਨੇਡਾ ਨਹੀਂ ਪਹੁੰਚ ਸਕਿਆ ਜਾਂ ਉਹਦੇ ਕਾਰਨ ਕੁਝ ਵੀ ਹੋਣਗੇ, ਅਸੀਂ ਉਹਨਾਂ ਕਾਰਨਾਂ 'ਚ ਨਹੀਂ ਜਾਂਦੇ, ਲੇਕਿਨ ਉਸ ਕੇਸ ਤੋਂ ਬਾਅਦ ਤਕਰੀਬਨ 300 ਤੋਂ ਲੈ ਕੇ 400 ਦੇ ਕਰੀਬ ਜਿਹੜੇ ਨੌਜਵਾਨ ਸੀ ਉਹ ਅੱਗੇ ਆਏ ਤੇ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਲੜਕੀਆਂ 'ਤੇ ਖਰਚ ਕਰਕੇ ਉਹਨਾਂ ਨੂੰ ਬਾਹਰ ਭੇਜਿਆ ਤਾਂ ਕਿ ਬਾਹਰ ਜਾ ਕੇ ਉਹਨਾਂ ਨੂੰ ਸਪਾਂਸਰ ਕਰਨਗੀਆਂ ਤੇ ਲੇਕਿਨ ਉਹਨਾਂ ਲੜਕੀਆਂ ਨੇ ਸਪਾਂਸਰ ਨਹੀਂ ਕੀਤਾ ਤੇ ਉਹ ਠੱਗੇ ਗਏ। ਸੋ ਦੋਸਤੋ ਕਈ ਸਮਾਂ ਅਜਿਹਾ ਵੀ ਸੀਗਾ ਤੇ ਜਦੋਂ ਵਿਦੇਸ਼ੀ ਲਾੜੇ ਉਧਰਲੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਐਕਸਪਲੋਇਟ ਕਰਦੇ ਸੀਗੇ, ਉਹਨਾਂ ਨਾਲ ਰਹਿ ਕੇ ਮੁੜ ਕੇ ਆ ਜਾਂਦੇ ਸੀ ਤੇ ਸਪਾਂਸਰ ਨਹੀਂ ਸੀ ਕਰਦੇ। ਇੱਕ ਸਮਾਂ ਉਹ ਵੀ ਸੀ ਜਦੋਂ ਵਿਦੇਸ਼ੀ ਲਾੜੇ ਵੱਡੀਆਂ ਰਕਮਾਂ ਬਟੋਰਦੇ ਸੀ ਦਾਜ ਦੇ ਰੂਪ ਦੇ ਵਿੱਚ। ਤੇ ਇਹ ਜਿਹੜਾ ਵਿਆਹ ਦੇ ਇਹ ਸਿਸਟਮ ਨੇ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਨਿਰੀ ਸੌਦੇਬਾਜ਼ੀ ਬਣਾ ਕੇ ਰੱਖ ਦਿੱਤੀ ਹੈ। ਸੋ ਜਦੋਂ ਅਸੀਂ ਦੇਖਦੇ ਹਾਂ ਇੰਗਲੈਂਡ ਵਿੱਚ, ਜਦੋਂ ਅਸੀਂ ਦੇਖਦੇ ਹਾਂ ਕੈਨੇਡਾ ਵਿੱਚ, ਸੋ ਜਿਹੜੀ ਸਾਡੀ ਇੱਥੋਂ ਦੀ ਜੰਮੀ ਪਲੀ ਪੀੜ੍ਹੀ ਹੈ, ਚਾਹੇ ਉਹ ਨੌਜਵਾਨ ਨੇ ਚਾਹੇ ਲੜਕੀਆਂ ਨੇ, ਤੋਂ ਵਿਆਹ ਤੋਂ ਮੁਨਕਰ ਹੁੰਦੇ ਜਾ ਰਹੇ ਨੇ। ਉਹ ਕਹਿੰਦੇ ਨੇ ਅਸੀਂ ਵਿਆਹ ਨਹੀਂ ਕਰਵਾਉਣਾ। ਤੁਸੀਂ ਦੇਖੋਗੇ ਉਹਨਾਂ ਦੀ ਉਮਰ 35 ਸਾਲ 36 ਸਾਲ 38 ਸਾਲ ਹੋ ਜਾਂਦੀ ਹੈ, ਲੇਕਿਨ ਉਹ ਵਿਆਹ ਵੱਲ ਨੂੰ ਮੂੰਹ ਨਹੀਂ ਕਰਦੇ। ਸੋ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਉਦਾਹਰਨ ਸੈੱਟ ਕਰ ਰਹੇ ਹਾਂ ਕਿ ਜਿਹੜਾ ਵਿਆਹ ਹੈ ਇਹ ਸਿਰਫ ਇੱਕ ਬਿਜ਼ਨਸ ਹੈ, ਇਹਦੇ ਪਿੱਛੇ ਬਿਜ਼ਨਸ ਲੁਕਿਆ ਹੋਇਆ ਹੈ। ਸੋ ਜਿਹੜੇ ਕਿ ਇੱਥੋਂ ਦੇ ਜੰਮੇ ਪਲੇ ਬੱਚੇ ਨੇ ਤਾਂ ਉਹ ਚਾਹੁੰਦੇ ਨੇ ਕੋਈ ਉਹਨਾਂ ਦੇ ਮਾਨਸਿਕ ਹਾਣ ਦਾ ਹੋਵੇ, ਉਹਨਾਂ ਦੇ ਖਿਆਲਾਂ ਨੂੰ ਸਮਝਣ ਵਾਲਾ ਹੋਵੇ। ਸੋ ਉਹ ਇਸ ਗੱਲ ਲਈ ਕੋਈ ਜਾਤ ਪਾਤ ਰੰਗ ਨਸਲ ਜਾਂ ਦੇਸ਼ ਵੀ ਨਹੀਂ ਦੇਖਦੇ, ਉਹ ਚਾਹੁੰਦੇ ਨੇ ਕਿ ਉਹਨਾਂ ਦਾ ਜੀਵਨ ਸਾਥੀ ਹੋਵੇ ਜਿਹੜਾ ਚੰਗਾ ਹੋਵੇ। ਲੇਕਿਨ ਅਸੀਂ ਕੀ ਦੇਖਦੇ ਹਾਂ, ਸਾਡੇ ਬਜ਼ੁਰਗ ਨੇ ਜਿਹੜੇ ਉਹ ਔਰਤਾਂ ਨੂੰ ਜਾਂ ਲੜਕੀਆਂ ਨੂੰ ਤੋੜ ਦਿੰਦੇ ਸੀ ਤੇ ਉਹਦੇ ਮਨ ਦੀ ਕਦੇ ਗੱਲੇ ਨਹੀਂ ਸੀ ਪੁੱਛੀ ਜਾਂਦੀ। ਜੇ ਕੋਈ ਲੜਕੀ ਕਹਿ ਵੀ ਦਿੰਦੀ ਸੀ ਕਿ ਮੈਂ ਤਾਂ ਫਲਾਣੇ ਲੜਕੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ, ਮੈਨੂੰ ਉਹ ਚੰਗਾ ਲੱਗਦਾ ਹੈ, ਤਾਂ ਉਸ ਨੂੰ ਬਦਚਲਨ ਸਮਝ ਕੇ ਤਾਂ ਉਸ ਦਾ ਕੁੱਟ ਕਟਾਪਾ ਕੀਤਾ ਜਾਂਦਾ ਸੀ, ਤਾਂ ਉਸ ਦੀ ਜਿਹੜੀ ਜ਼ੁਬਾਨ ਹੈ ਉਹ ਬੰਦ ਕਰ ਦਿੱਤੀ ਜਾਂਦੀ ਸੀ ਤੇ ਕਈ ਵਾਰ ਤਾਂ ਕਤਲ ਵੀ ਹੋ ਜਾਂਦੇ ਸੀ। ਸੋ ਫਿਰ ਅਸੀਂ ਕੀ ਕਰਦੇ ਰਹੇ, ਅਸੀਂ ਜਾਇਦਾਦਾਂ ਦੇਖਦੇ ਰਹੇ ਜਾਂ ਅਸੀਂ ਨੌਕਰੀਆਂ ਨੂੰ ਵਿਆਹ ਕਰਦੇ ਰਹੇ, ਪਰ ਕਿਸੇ ਨੇ ਕਿਸੇ ਦੇ ਮਨ ਦੀ ਬਾਤ ਨਹੀਂ ਪੁੱਛੀ। ਤੇ ਫਿਰ ਜਦੋਂ ਵਿਦੇਸ਼ਾਂ 'ਚ ਆਉਣ ਦਾ ਦੌਰ ਚੱਲਿਆ ਤਾਂ ਅਸੀਂ ਸਾਰੇ ਰਿਸ਼ਤੇ ਉਲੰਘ ਲਏ। ਫਿਰ ਨਾ ਅਸੀਂ ਕੋਈ ਭੈਣ ਦੇਖੀ, ਨਾ ਅਸੀਂ ਕੋਈ ਨੂੰਹ ਸਹੁਰੇ ਦਾ ਰਿਸ਼ਤਾ ਦੇਖਿਆ, ਨਾ ਅਸੀਂ ਕੋਈ ਚਾਚੇ ਤਾਏ ਦੇ ਰਿਸ਼ਤੇ ਦੇਖੇ। ਅਸੀਂ ਵਿਆਹ ਕਰਵਾ ਕੇ ਤੇ ਆਪਣੇ ਇਹਨਾਂ ਵਰਜਿਤ ਰਿਸ਼ਤਿਆਂ ਨਾਲ ਕਹਿ ਲਓ ਵਿਆਹ ਕਰਵਾ ਕੇ ਅਸੀਂ ਉਹਨਾਂ ਨੂੰ ਵੀ ਇੱਧਰ ਕੱਢਿਆ। ਸੋ ਹੁਣ ਤਾਂ ਦੋਸਤੋ ਇਹ ਹੱਦ ਹੋ ਗਈ ਕਿ ਹੁਣ ਅਸੀਂ ਪੇਪਰਾਂ ਦੇ ਵਿੱਚ ਐਡ ਵੀ ਦੇਣ ਲੱਗ ਪਏ ਕਿ ਅਸਲ ਵਿਆਹ ਨਹੀਂ ਕਰਨਾ, ਸਿਰਫ ਪੇਪਰ ਮੈਰਿਜ ਹੋਵੇਗੀ। ਤੇ ਉਹਦੇ ਵਿੱਚ ਅਸੀਂ ਕੰਟਰੈਕਟ ਵੀ ਲਿਖਣ ਲੱਗ ਗਏ ਕਿ ਅਸੀਂ ਤੁਹਾਡੀ ਕੁੜੀ ਤੇ ਖਰਚਾ ਕਰਾਂਗੇ, ਤੁਸੀਂ ਸਾਡਾ ਮੁੰਡਾ ਉੱਧਰ ਬੁਲਾਉਣਾ। ਸੋ ਦੋਸਤੋ ਇਹਦੇ ਵਿੱਚ ਅਸੀਂ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅਸੀਂ, ਮੇਰਾ ਖਿਆਲ ਹੈ, ਆਉਣ ਵਾਲੀ ਪੀੜ੍ਹੀ ਦੇ ਰਾਹਾਂ ਦੇ ਵਿੱਚ ਕੰਡੇ ਬੀਜ ਰਹੇ ਹਾਂ। ਤੇ ਜੇ ਕੱਲ੍ਹ ਨੂੰ
ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਵਿਆਹ ਤੋਂ ਮੁਨਕਰ ਹੋ ਜਾਵੇ, ਉਹ ਕਹਿ ਦੇਵੇ ਨਹੀਂ ਤਾਂ ਸਾਨੂੰ ਤਾਂ ਲਿਵ ਇਨ ਰਿਲੇਸ਼ਨਸ਼ਿਪ ਹੀ ਠੀਕ ਹੈ, ਪਰ ਅਸੀਂ ਵਿਆਹ ਨਹੀਂ ਕਰਾਉਣਾ, ਤੇ ਬੱਚੇ ਵੀ ਬਿਨਾਂ ਵਿਆਹ ਤੋਂ ਪੈਦਾ ਹੋਣਗੇ ਫਿਰ, ਤੇ ਹੋਰ ਬੜਾ ਕੁਛ ਆਏਗਾ। ਤੇ ਹੋ ਸਕਦਾ ਜਿਹੜੇ ਸਮਲਿੰਗੀ ਵਿਆਹ ਨੇ ਇਹਨਾਂ ਦੀ ਵੀ ਰਵਾਇਤ ਹੈ ਜਿਹੜੀ ਵੱਡੀ ਪੱਧਰ ਤੇ ਚੱਲ ਪਈ। ਔਰ ਤੁਸੀਂ ਸਾਡੀ ਕਮਿਊਨਿਟੀ 'ਚ ਦੇਖੋਗੇ ਕਿ ਅਗਰ ਇਹ ਪ੍ਰਵਾਨ ਹੋ ਗਏ, ਸਾਡੇ ਮੁੰਡੇ ਮੁੰਡਿਆਂ ਨੂੰ ਤੇ ਲੜਕੀਆਂ ਲੜਕੀਆਂ ਨੂੰ ਵੀ ਇਸੇ ਰਸਤੇ ਬੁਲਾਉਣਗੇ। ਸੋ ਇਹ ਨਿਗਾਰ ਹੈ ਜਿਹੜਾ ਦੋਸਤੋ, ਇਹ ਬਹੁਤ ਹੀ ਚਿੰਤਾਜਨਕ ਹੈ। ਸੋ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ ਵੀ ਇਸ ਸੰਬੰਧੀ ਬਿਆਨ ਦੇਣਾ ਪਿਆ। ਸੋ ਸਾਡਾ ਦੁਖਾਂਤ ਇਹ ਹੈ ਕਿ ਜਦੋਂ ਕੋਈ ਗੌਰਮੈਂਟ ਸਾਨੂੰ ਸਹੂਲਤਾਂ ਦਿੰਦੀ ਹੈ, ਸਾਨੂੰ ਲਾਂਘਾ ਦਿੰਦੀ ਹੈ, ਤਾਂ ਅਸੀਂ ਉਸ ਦਾ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਅਸੀਂ ਉਸ ਸਿਸਟਮ ਨੂੰ ਅਬਿਊਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਚਾਹੇ ਤੁਸੀਂ ਵਿੱਦਿਆ ਦੇ ਖੇਤਰ ਦੇ ਵਿੱਚ ਦੇਖ ਲਓ, ਸੋ ਕਿਸ ਤਰ੍ਹਾਂ ਝੂਠੀਆਂ ਆਈਲੈਟਸ ਕਰਵਾ ਕੇ, ਕਿਸ ਤਰ੍ਹਾਂ ਕਰਕੇ ਅਸੀਂ ਵਿਦੇਸ਼ਾਂ ਵਿੱਚ ਪਹੁੰਚ ਰਹੇ ਹਾਂ। ਤਾਂ ਇਹ ਠੀਕ ਹੈ ਦੋਸਤੋ, ਅਸੀਂ ਤਾਂ ਆ ਜਾਵਾਂਗੇ, ਲੇਕਿਨ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਆਉਣ ਵਾਲੇ ਵਿਦਿਆਰਥੀ ਨੇ, ਉਹਨਾਂ ਦਾ ਜਿਹੜਾ ਰਸਤਾ ਹੈ ਉਹ ਬੰਦ ਹੋ ਜਾਵੇਗਾ। ਤੇ ਫਿਰ ਸਾਨੂੰ ਇਹ ਕਹਿਣਾ ਪਵੇਗਾ, ਜਾਂ ਇਹ ਸਰਕਾਰਾਂ ਦੇ ਇਸ ਖਿਲਾਫ ਅਸੀਂ ਇਸ ਤਰ੍ਹਾਂ ਦੀ ਆਵਾਜ਼ ਉਠਾਉਣ ਲਈ ਮਜਬੂਰ ਹੋਵਾਂਗੇ ਕਿ ਤੁਸੀਂ ਸਾਡੇ ਨਾਲ ਵਿਤਕਰਾ ਕਰਦੇ ਹੋ। ਲੇਕਿਨ ਅਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਨਜਾਇਜ਼ ਫਾਇਦਾ ਉਠਾਉਣਾ ਉਹ ਜਿੰਨਾ ਚਿਰ ਬੰਦ ਨਹੀਂ ਕਰਦੇ ਤਾਂ ਉਹਨਾਂ ਚਿਰ ਇਹ ਚੀਜ਼ਾਂ ਸੂਤ ਨਹੀਂ ਆ ਸਕਦੀਆਂ। ਔਰ ਮੈਂ ਤਾਂ ਇਹ ਕਹੂੰਗਾ, ਮੈਂ ਆਪਣੇ ਇੱਕ ਆਰਟੀਕਲ ਦੇ ਵਿੱਚ ਵੀ ਲਿਖਿਆ ਸੀ ਕਿ ਜਿਵੇਂ ਪਹਿਲੀਆਂ ਸੱਭਿਅਤਾਵਾਂ ਇੰਨਾ ਚਿਰ ਕਈ ਕਾਰਨਾਂ ਕਰਕੇ ਖਤਮ ਹੋ ਗਈਆਂ, ਜਿਵੇਂ ਸਿੰਧੂ ਘਾਟੀ ਸੱਭਿਆ ਸੀਗੀ, ਮੈਸੋਪੋਟਾਮੀਆ, ਸਮੇਰੀਆ, ਤਾਂ ਜਾਂ ਬੇਬੀਲੋਨ ਦੀ ਸੱਭਿਅਤਾ ਸੀਗੀ, ਮਿਸਰ ਦੀ ਸੱਭਿਅਤਾ ਸੀ, ਮਾਇਆ ਸੱਭਿਅਤਾ ਸੀਗੀ। ਇਹ ਜਿਵੇਂ ਕਈ ਕਾਰਨਾਂ ਕਰਕੇ ਖਤਮ ਹੋ ਗਈਆਂ। ਇੱਕ ਨੇ ਜਿਹੜੀ ਸਾਡੀ ਸੱਭਿਅਤਾ ਹੈ, ਇਹ ਕਿਤੇ ਸਾਡੀਆਂ ਬੇਵਕੂਫੀਆਂ ਕਾਰਨ ਖਤਮ ਨਾ ਹੋ ਜਾਵੇ, ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪੋਲਿਊਸ਼ਨ ਹੈ, ਅਸੀਂ ਆਪਣਾ ਪਾਣੀ ਸਾਰਾ ਖਤਮ ਕਰ ਲਿਆ ਹੈ, ਅਸੀਂ ਆਪਣਾ ਭੋਜਨ ਜ਼ਹਿਰੀਲਾ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਜਿਹੜੀ 5 ਦਰਿਆਵਾਂ ਦੀ ਧਰਤੀ ਸੀ, ਜਿਹਦਾ ਨਾਂ ਹੀ ਪਾਣੀਆਂ ਦੇ ਨਾਂ 'ਤੇ ਸੀਗਾ, ਉੱਥੇ ਅੱਜ ਪਾਣੀ ਹੈ ਜਿਹੜਾ ਇਸ ਪੱਧਰ ਤੱਕ ਥੱਲੇ ਚਲਿਆ ਗਿਆ, ਜਾਂ ਜ਼ਹਿਰੀਲਾ ਹੋ ਗਿਆ, ਜਾਂ ਉਹਦੇ ਵਿੱਚ ਕੈਮੀਕਲ ਆਉਣ ਲੱਗੇ ਨੇ ਕਿ ਉਹ ਪੀਣ ਦੇ ਕਾਬਿਲ ਨਹੀਂ ਰਿਹਾ। ਸੋ ਅਸੀਂ ਉਹਨਾਂ ਦਰਿਆਵਾਂ ਦਾ ਕੀ ਕਰਾਂਗੇ, ਅਸੀਂ ਉਹਨਾਂ ਸਮੁੰਦਰਾਂ ਦਾ ਕੀ ਕਰਾਂਗੇ ਜੋ ਸਾਡੇ ਕਿਸੇ ਕੰਮ ਹੀ ਨਾ ਰਹੇ। ਤਾਂ ਇਸੇ ਤਰ੍ਹਾਂ ਅਸੀਂ ਆਪਣਾ ਅਨਾਜ ਸਾਰਾ ਜ਼ਹਿਰੀਲਾ ਕਰ ਲਿਆ ਹੈ, ਤੇ ਹੁਣ ਅਸੀਂ ਆਪਣੇ ਰਿਸ਼ਤਿਆਂ ਨੂੰ ਗਦਲਾਉਣ ਲੱਗੇ ਹੋਏ ਹਾਂ। ਤੇ ਇਹ ਜੇ ਰਿਸ਼ਤੇ ਇਸੇ ਤਰ੍ਹਾਂ ਅਸੀਂ ਗਦਲਾਉਂਦੇ ਰਹੇ ਤਾਂ ਸਾਡੇ ਜਿਹੜੇ ਬੱਚੇ ਨੇ ਸਾਨੂੰ ਉਹ ਫੋਲੋ ਨਹੀਂ ਕਰਨਗੇ, ਸਾਡੇ ਡਬਲ ਸਟੈਂਡਰਡ 'ਤੇ ਉਹ ਉਂਗਲ ਕਰਨਗੇ, ਤੰਜ ਕੱਸਣਗੇ। ਤੇ ਇਹ ਸਾਨੂੰ ਸਮਝਣਾ ਪਵੇਗਾ, ਕਿਉਂਕਿ ਜੇ ਤੁਹਾਡੇ ਬੱਚਿਆਂ ਦੇ ਵਿਆਹ ਨਹੀਂ ਹੋਣਗੇ ਤਾਂ ਤੁਹਾਡੀਆਂ ਜਿਹੜੀਆਂ ਪੀੜ੍ਹੀਆਂ ਨਸਲਾਂ ਨੇ ਉਹ ਅੱਗੇ ਨਹੀਂ ਵੱਧ ਸਕਣਗੀਆਂ, ਤੇ ਸਮਾਜ ਸਾਡਾ ਖਤਮ ਹੋ ਜਾਊਗਾ। ਇਹ ਦੋਨੋਂ ਚੀਜ਼ਾਂ ਨੇ ਜਿਹੜੀਆਂ ਇਹ ਸਮਾਜ ਲਈ ਘਾਤਕ ਨੇ, ਮੌਸਮ ਦਾ ਬਦਲਣਾ ਔਰ ਸਾਡੇ ਰਿਸ਼ਤਿਆਂ ਦੇ ਵਿੱਚ ਗੰਦਲਾ ਆਉਣਾ। ਸੋ ਦੋਸਤੋ, ਇਹ ਸਾਰਾ ਕੁਝ ਤੁਹਾਨੂੰ ਸੋਚਣ ਦੀ ਲੋੜ ਹੈ। ਸੋ ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਸੂਚਨਾ ਹੋਰ ਦੇ ਦੇਵਾਂ ਕਿ ਬੜੀ ਜਲਦੀ ਅਸੀਂ ਇੱਕ ਕਹਾਣੀਆਂ ਦਾ ਚੈਨਲ ਲੈ ਕੇ ਆ ਰਹੇ ਹਾਂ। ਸੋ ਉਹਦੇ ਵਿੱਚ ਤੁਸੀਂ ਮੇਰੀਆਂ ਕਹਾਣੀਆਂ ਨੇ ਜਿਹੜੀਆਂ ਮੇਜਰ ਮਾਰਕੀਟ ਦੀਆਂ ਕਹਾਣੀਆਂ ਉਹ ਦੇਖੋਗੇ। ਇਹਦੇ ਵਿੱਚ ਮੈਂ ਆਪਣੀਆਂ 6 ਪੁਸਤਕਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹ ਤੁਹਾਨੂੰ ਇੱਕ ਇੱਕ ਕਰਕੇ ਕਹਾਣੀ ਦਰ ਕਹਾਣੀ ਪੇਸ਼ ਕਰਾਂਗਾ। ਸੋ ਇਹ ਕਹਾਣੀਆਂ ਤੁਸੀਂ ਮੇਰੀ ਹੁਣ ਜਿਹੜੀ ਪਹਿਲੀ ਕਿਤਾਬ ਸੀਗੀ ਤਲੀਆਂ ਤੇ ਉੱਗੇ ਥੋਹਰ, ਉਸ ਦੀਆਂ ਕਹਾਣੀਆਂ ਪਹਿਲਾਂ ਆਉਣਗੀਆਂ, ਫਿਰ ਉਸ ਤੋਂ ਅਗਲੀਆਂ ਕਿਤਾਬਾਂ ਦੀਆਂ ਆਉਣਗੀਆਂ। ਸੋ ਇਸ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਬਾਕੀ ਕਹਾਣੀਕਾਰ ਨੇ ਉਹਨਾਂ ਦੀਆਂ ਕਹਾਣੀਆਂ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰੀਏ। ਸੋ ਤੁਸੀਂ ਜਿਵੇਂ ਇਸ ਪੋਡਕਾਸਟ ਨੂੰ ਲਾਈਕ ਕਰਦੇ ਹੋ ਜਾਂ ਇਸ ਨੂੰ ਸਬਸਕ੍ਰਾਈਬ ਕਰਦੇ ਹੋ, ਇਸ ਤਰ੍ਹਾਂ ਸਾਡਾ ਜਿਹੜਾ ਦੂਜਾ ਚੈਨਲ ਅਸੀਂ ਕਹਾਣੀਆਂ ਦਾ ਲੈ ਕੇ ਆ ਰਹੇ ਹਾਂ, ਅਤੇ ਉਸ ਨੂੰ ਵੀ ਸਬਸਕ੍ਰਾਈਬ ਕਰਨਾ। ਅਤੇ ਨਾਲ ਨਾਲ ਇਹ ਵੀ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਪਿਛਲੇ ਦਿਨਾਂ 'ਚ ਕਾਫੀ ਤਬਦੀਲੀਆਂ ਆ ਰਹੀਆਂ ਨੇ। ਰੱਥ ਉਹੀ ਹੈ, ਕਾਂਗਰਸ ਪਾਰਟੀ ਉਹੀ ਹੈ, ਲੇਕਿਨ ਘੋੜੇ ਬਦਲੇ ਜਾ ਰਹੇ ਨੇ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਵਿਅਕਤੀ ਚੁਣਦੇ ਹਾਂ, ਲੇਕਿਨ ਕਿਸੇ ਪਾਰਟੀ ਦਾ ਵਿਧਾਨ ਨਹੀਂ ਦੇਖਦੇ, ਕਿਸੇ ਪਾਰਟੀ ਦੀਆਂ ਪਾਲਿਸੀਜ਼ ਨਹੀਂ ਦੇਖਦੇ, ਤੇ ਜਿਹਨੂੰ ਅਸੀਂ ਹਾਈ ਕਮਾਂਡ ਕਹਿ ਦਿੰਦੇ ਹਾਂ, ਜਾਂ ਜਿਹੜੇ ਲੋਕ ਇਹਨਾਂ ਪਾਰਟੀਆਂ ਨੂੰ ਕੰਟਰੋਲ ਕਰਦੇ ਨੇ, ਉਹ ਉਸੇ ਵਿਧਾਨ ਦੇ ਹਿਸਾਬ ਨਾਲ ਆਪਣੀਆਂ ਗਾਈਡਲਾਈਨਸ ਦਿੰਦੇ ਨੇ। ਤਾਂ ਫਿਰ ਭਾਵੇਂ ਕੋਈ ਬੰਦਾ ਕਿੰਨਾ ਵੀ ਚੰਗਾ ਹੋਵੇ ਤੇ ਉਹ ਪਾਰਟੀ ਦੀਆਂ ਗਾਈਡਲਾਈਨਸ ਤੋਂ ਬਾਹਰ ਨਹੀਂ ਜਾ ਸਕਦਾ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਸਿੱਧੂ ਸਾਹਿਬ ਤੇ ਹੁਣ ਪ੍ਰਧਾਨ ਬਣ ਗਏ ਨੇ ਕਾਂਗਰਸ ਦੇ, ਤੇ ਹੋ ਸਕਦਾ ਕੱਲ੍ਹ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਬਣ ਜਾਣ। ਹੋ ਸਕਦਾ ਸਾਡੇ ਲੋਕ ਇੱਕ ਵਾਰ ਫੇਰ ਠੱਗੇ ਜਾਣ ਤੇ ਮੁੜ ਕੇ ਫੇਰ ਉਸੇ ਪਾਰਟੀ ਨੂੰ ਅੱਗੇ ਲੈ ਆਉਣ, ਤੇ ਬਣੇਗਾ ਕੀ ਇਹ ਤਾਂ ਹੁਣ ਸਾਨੂੰ ਨਹੀਂ ਪਤਾ।
ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਸਿਆਣੇ ਹੋਣ ਦੀ ਲੋੜ ਹੈ। ਤੁਹਾਨੂੰ ਬਹੁਤ ਜ਼ਿਆਦਾ ਦੇਖਣ ਦੀ ਲੋੜ ਹੈ ਕਿ ਤੁਸੀਂ ਆਪਣੀਆਂ ਵੋਟਾਂ ਕਿਸ ਨੂੰ ਪਾਉਣੀਆਂ ਨੇ ਤੇ ਕਿਹੜਾ ਬੰਦਾ ਤੁਹਾਡੇ ਹੱਕ 'ਚ ਹੈ, ਕਿਹੜਾ ਬੰਦਾ ਤੁਹਾਡੀ ਸਿਹਤ, ਵਿੱਦਿਆ ਤੇ ਰੁਜ਼ਗਾਰ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਏਗਾ, ਬਜਾਏ ਇਸ ਦੀ ਕਿ ਨਿੱਜੀ ਲੜਾਈ ਵਿੱਚ ਉਲਝਿਆ ਰਹੇ ਜਾਂ ਬਜਾਏ ਇਸ ਦੀ ਕਿ ਆਪਣੇ ਹੀ ਘਰ ਭਰਦਾ ਰਹੇ, ਹੋਰ ਅਮੀਰ ਹੁੰਦਾ ਰਹੇ ਤੇ ਲੋਕ ਨੇ ਜਿਹੜੇ ਉਹ ਦਿਨੋਂ ਦਿਨ ਹੋਰ ਗਰੀਬ ਹੁੰਦੇ ਜਾਣ, ਕਰਜ਼ਈ ਹੁੰਦੇ ਜਾਣ, ਖੁਦਕਸ਼ੀਆਂ ਕਰਨ, ਉਹਨਾਂ ਦੇ ਜਿਹੜੇ ਬੱਚੇ ਨੇ ਉਹ ਬਾਹਰਲੇ ਮੁਲਕਾਂ ਨੂੰ ਭੱਜਣ ਲਈ ਤਿਆਰ ਹੋ ਜਾਣ ਤੇ ਮੁੜ ਕੇ ਲੀਡਰ ਇਹਨਾਂ ਦੇ ਘਰ ਜ਼ਮੀਨਾਂ ਸਾਰੀਆਂ ਸਾਂਭ ਕੇ ਆਪਣੇ ਆਪਣੀ ਜਿਹੜੀ ਦੌਲਤ ਆ ਉਸ ਨੂੰ ਹੋਰ ਵਧਾਉਂਦੇ ਰਹਿਣ। ਸੋ ਦੋਸਤੋ, ਇਹ ਸਾਰਾ ਕੁਝ ਤੁਹਾਨੂੰ ਵੇਖਣ ਦੀ ਲੋੜ ਹੈ। ਸੋ ਮੈਂ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਤੋ ਜਿਨ੍ਹਾਂ ਨੇ ਇਸ ਪੋਡਕਾਸਟ ਨੂੰ ਦੇਖ ਕੇ ਆਪਣੇ ਸੰਦੇਸ਼ ਭੇਜੇ ਤੇ ਉਹਨਾਂ ਦੇ ਵਿੱਚ ਜਸਵੀਰ ਕੌਰ ਹਨ ਭਾਰਤ ਤੋਂ, ਤੇ ਇਸੇ ਤਰ੍ਹਾਂ ਸੁਖਦੇਵ ਸਿੰਘ ਸਮਰਾ ਸਾਹਿਬ ਹਨ ਸਾਡੇ ਬਰੈਂਪਟਨ ਤੋਂ, ਹਿੰਮਤ ਸਿੰਘ ਹਨ ਕੈਲੀਫੋਰਨੀਆ ਤੋਂ, ਸੁਖਮਿੰਦਰ ਸਿੰਘ ਉਟਾਲ ਆਸਟ੍ਰੇਲੀਆ ਤੋਂ, ਸੋ ਇਸੇ ਤਰ੍ਹਾਂ ਪ੍ਰੋਫੈਸਰ ਬਲਜੀਤ ਸਿੰਘ ਉਟਾਲ ਸਮਰਾਲਾ ਤੋਂ, ਸੋ ਸੋਨੀ ਸਮਰਾਲਾ ਤੋਂ, ਤੇ ਇਸੇ ਪ੍ਰਕਾਰ ਸਾਡੇ ਹੋਰ ਸੀ ਵੀ ਬਹੁਤ ਸਾਰੇ ਦੋਸਤ ਨੇ, ਜਿਸ ਤਰ੍ਹਾਂ ਹਰਦੇਵ ਸਿੰਘ ਵਿਰਕ ਸਾਹਿਬ ਨੇ, ਉਹਨਾਂ ਨੇ ਵੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਤੇ ਕਿੰਨੇ ਹੀ ਨਾਂ ਨੇ ਜਿਹੜੇ ਮੈਨੂੰ ਕਈ ਵਾਰ ਇੱਥੇ ਦੱਸਦਿਆਂ ਦਾ ਲੰਬਾ ਟਾਈਮ ਲੱਗ ਸਕਦਾ, ਤਾਂ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਤੇ ਅੰਤ ਦੇ ਵਿੱਚ ਇਹੋ ਕਹਾਂਗੇ ਕਿ ਪ੍ਰੋਗਰਾਮ ਨੂੰ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਆਪਣੇ ਸੁਨੇਹੇ ਭੇਜੋ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਸਬਜੈਕਟ ਹੈ ਜਿਹੜਾ ਉਸ ਨੂੰ ਵਿਸ਼ੇਸ਼ ਤੌਰ ਤੇ ਡਿਸਕਸ ਕਰਿਆ ਕਰਾਂਗੇ, ਉਸ ਤੇ ਗੱਲ ਕਰਿਆ ਕਰਾਂਗੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਸਬਜੈਕਟ ਤੇ ਗੱਲ ਹੋਣੀ ਚਾਹੀਦੀ ਹੈ, ਕਮਿਊਨਿਟੀ ਨਾਲ ਜੁੜਿਆ ਹੋਇਆ ਕੋਈ ਮੁੱਦਾ ਹੈ ਤੇ ਸਾਡੇ ਜੀਵਨ ਨਾਲ ਜੁੜਿਆ ਹੋਇਆ ਕੋਈ ਮੁੱਦਾ ਹੈ, ਤਾਂ ਤੁਸੀਂ ਜ਼ਰੂਰ ਮੈਨੂੰ ਲਿਖ ਕੇ ਭੇਜੋ ਤੇ ਆਪਾਂ ਉਸ ਤੇ ਵਿਚਾਰ ਕਰਾਂਗੇ। ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇੱਥੇ ਹੀ ਫਿਰ ਮੇਜਰ ਮੰਗ ਨੂੰ ਦਿਓ ਆ ਗਿਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।